ਵਾਹਿਗੁਰੂ 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 ਵਾਹਿਗੁਰੂ। ਕੁਝ ਵੀ ਕਰੋ ਪਰ ਕਰੋ ਜਨੂਨ ਦੇ ਨਾਲ, ਨਹੀਂ ਤੇ ਨਾ ਕਰੋ। ਕੋਈ ਵੀ ਚੰਗਾ ਕੰਮ ਕਰਨਾ ਉਹਦੇ ਵਿੱਚ ਆਪਣੇ ਤਨ ਦਾ, ਆਪਣੇ ਮਨ ਦਾ, ਆਪਣੀ ਆਤਮਾ ਦਾ ਪੂਰਾ ਜ਼ੋਰ ਲਾ ਦਿਓ। ਕੁਝ ਵੀ ਕਰੋ ਪਰ ਕਰੋ ਜਨੂਨ ਦੇ ਨਾਲ, ਨਹੀਂ ਤੇ ਨਾ ਕਰੋ। ਇੱਕ ਵਾਰੀ ਬੋਲੋ ਵਾਹਿਗੁਰੂ ਵਾਹਿਗੁਰੂ। ਜਿਵੇਂ ਮਹਾਂਪੁਰਖਾਂ ਦੇ ਬਚਨ ਨੇ ਨਾ, ਜਨੂਨ ਕੀ ਹੈ? ਕੀਰਤਨ ਕਰ, ਕੀਰਤਨ ਦਾ ਰੂਪ ਬਣ ਜਾ। ਸੇਵਾ ਕਰ, ਸੇਵਾ ਦਾ ਰੂਪ ਬਣ ਜਾ। ਬਾਣੀ ਪੜ, ਬਾਣੀ ਦਾ ਰੂਪ ਹੀ ਬਣ ਜਾ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਕੁਝ ਵੀ ਕਰ ਪਰ ਕਰ ਜਨੂਨ ਦੇ ਨਾਲ, ਜਨੂਨ ਦੇ ਨਾਲ। ਕੋਈ ਚੰਗਾ ਕੰਮ ਜਨੂਨ ਦੇ ਨਾਲ ਕਰ, ਨਹੀਂ ਤੇ ਨਾ ਕਰ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਕੰਮ ਕਰਦਿਆਂ ਕਰਦਿਆਂ ਤੇਰੇ ਕੋਲੋਂ ਕੋਈ ਗਲਤੀ ਹੋ ਜੇ, ਹੁਣ ਕੰਮ ਕਰ ਰਹੇ ਆ, ਕੰਮ ਕਰਦਿਆਂ ਕਰਦਿਆਂ ਕੋਈ ਗਲਤੀ ਹੋ ਜੇ, ਤੇ ਪਿਆਰਿਓ ਗਲਤੀਆਂ ਇਹ ਦੱਸਣਗੀਆਂ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ। ਜੇ ਮੰਨ ਲਓ ਗਲਤੀ ਵੀ ਹੋ ਗਈ ਨਾ, ਉਹ ਗਲਤੀ ਦੀ ਆਪਣੇ ਅੰਦਰ ਟੈਨਸ਼ਨ ਨਾ ਲੈ। ਚੰਗਾ ਕੰਮ ਕਰਦੇ ਆ, ਜੇ ਤੇਰੇ ਕੋਲੋਂ ਕੋਈ ਗਲਤੀ ਹੋ ਵੀ ਗਈ, ਉਹ ਗਲਤੀ ਇਹ ਦੱਸੇਗੀ ਕਿ ਤੂੰ ਕੋਸ਼ਿਸ਼ ਕਰ ਰਿਹਾ ਹੈ। ਕਿਉਂਕਿ ਜਿਹੜਾ ਕੰਮ ਕਰੇਗਾ ਗਲਤੀ ਵੀ ਕਰੇਗਾ, ਜਿਹੜਾ ਗਲਤੀ ਕਰੇਗਾ ਉਹ ਸੁਧਾਰ ਵੀ ਕਰ ਲੇਗਾ। ਕੰਮ ਕਰੇਗਾ ਹੀ ਨਹੀਂ, ਗਲਤੀ ਕਰੇਗਾ ਹੀ ਨਹੀਂ, ਤੇ ਆਪਣੇ ਅੰਦਰ ਸੁਧਾਰ ਕਿਵੇਂ ਲਿਆਏਗਾ? ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਕਈ ਬੰਦੇ ਨਾ ਮੈਂ ਨੋਟ ਕੀਤਾ ਹੈ, ਕਿਸੇ ਮੰਜ਼ਲ ਵੱਲ ਚੱਲੇ ਨੇ, ਉਹ ਕਿਸੇ ਕੰਮ ਵੱਲ ਉਹ ਚੱਲੇ ਨੇ, ਤੇ ਚਲਦਿਆਂ ਚਲਦਿਆਂ ਨਾ ਅੱਧ ਵਿਚਾਲਿਓਂ ਮੁੜਨ ਦਾ ਨਾ ਫੈਸਲਾ ਲੈ ਲੈਂਦੇ ਨੇ। ਇਹ ਕੰਮ ਤੇ ਮੇਰੇ ਕੋਲੋਂ ਸਿਰੇ ਲੱਗਿਆ ਹੀ ਨਹੀਂ, ਚਲੋ ਵਾਪਸ ਹੀ ਪਰਤ ਜਾਂਦੇ ਆ। ਕੋਈ ਵੀ ਕੰਮ ਹੈ, ਪਰ ਇੱਕ ਗੱਲ ਖਿਆਲ ਵਿੱਚ ਰੱਖਿਓ ਪਿਆਰਿਓ, ਰਸਤੇ ਦੇ ਅੱਧ ਵਿਚਾਲਿਓਂ ਵਾਪਸ ਮੁੜਨ ਦਾ ਕੋਈ ਫਾਇਦਾ ਨਹੀਂ ਹੁੰਦਾ। ਵਾਪਸ ਮੁੜਨ ਤੇ ਵੀ ਓਨੀ ਹੀ ਦੂਰੀ ਤੈਅ ਕਰਨੀ ਪੈਂਦੀ ਹੈ ਜਿੰਨੀ ਦੂਰੀ ਤੈਅ ਕਰਕੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਹੁਣ ਮੰਨ ਲਓ ਕਿਸੇ ਨੇ ਦਿੱਲੀ ਜਾਣਾ, ਦਿੱਲੀ ਪਹੁੰਚਣਾ, ਉਹਨੇ ਅੰਬਾਲੇ ਦੇ ਕੋਲ ਜਾ ਕੇ ਕਵੇ ਭਈ ਮੈਂ ਤੇ ਹੁਣ ਦਿੱਲੀ ਨਹੀਂ ਜਾਣਾ, ਮੈਂ ਵਾਪਸ ਹੀ ਜਾਣਾ ਵਾ। ਪਹੁੰਚਣਾ ਉਹਨੇ ਦਿੱਲੀ, ਪਰ ਅੰਬਾਲੇ ਦੇ ਕੋਲ ਜਾ ਕੇ ਫੈਸਲਾ ਲੈ ਲਿਆ ਕਿ ਮੈਂ ਅੰਮ੍ਰਿਤਸਰ ਹੀ ਵਾਪਸ ਜਾਣਾ, ਜਿੱਥੋਂ ਮੈਂ ਤੁਰਿਆ ਉੱਥੇ ਵਾਪਸ ਜਾਣਾ, ਮੈਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ। ਪਰ ਵਾਪਸ ਪਰਤਨ ਤੋਂ ਪਹਿਲਾਂ ਇੱਕ ਵਾਰੀ ਸੋਚੇ ਜ਼ਰੂਰ, ਜਿੰਨਾ ਸਮਾਂ ਮੈਨੂੰ ਵਾਪਸ ਜਾਣ ਤੇ ਲੱਗਣਾ ਹੈ ਨਾ, ਉਹਨੇ ਸਮੇਂ 'ਚ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗਾ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਇਹ ਮੇਰੀ ਬੇਨਤੀ ਜੇ। ਜੇ ਕੋਈ ਕੰਮ ਤੁਸੀਂ ਆਰੰਭ ਕਰ ਲਿਆ, ਵਿੱਚ ਵਿਚਾਲਿਓਂ ਵਾਪਸ ਮੁੜਨ ਦੀ ਪਲੈਨਿੰਗ ਨਾ ਕਰਿਆ ਕਰੋ। ਵਿੱਚ ਵਿਚਾਲਿਓਂ ਵਾਪਸ ਨਾ ਮੁੜਿਆ ਕਰੋ, ਕਿਉਂਕਿ ਵਿੱਚ ਵਿਚਾਲਿਓਂ ਵਾਪਸ ਮੁੜਨ ਦਾ ਕੋਈ ਫਾਇਦਾ ਨਹੀਂ। ਵਾਪਸ ਮੁੜਨ ਤੇ ਵੀ ਓਨੀ ਹੀ ਦੂਰੀ ਤੈਅ ਕਰਨੀ ਪੈਂਦੀ ਜਿੰਨੀ ਦੂਰੀ ਤੈਅ ਕਰਕੇ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਇਹ ਗੱਲ ਵੀ ਨਾ ਤੁਹਾਨੂੰ ਬੜਾ ਹੌਸਲਾ ਦੇਵੇਗੀ। ਹੁਣ ਤੁਸੀਂ ਆਪਣੀ ਮੰਜ਼ਿਲ ਵੱਲ ਜਾ ਰਹੇ ਹੋ ਨਾ, ਚੰਗੇ ਕੰਮ ਵੱਲ ਤੁਸੀਂ ਵੱਧ ਰਹੇ ਹੋ, ਤੇ ਇੱਕ ਗੱਲ ਯਾਦ ਰੱਖਿਓ, ਇਸ ਜ਼ਿੰਦਗੀ ਦੀ ਰਣ ਭੂਮੀ ਦੇ ਵਿੱਚ ਤੁਹਾਨੂੰ ਕ੍ਰਿਸ਼ਨ ਵੀ ਆਪ ਬਣਨਾ ਪੈਣਾ ਹੈ ਤੇ ਅਰਜੁਨ ਵੀ ਆਪ ਹੀ ਬਣਨਾ ਪੈਣਾ ਹੈ। ਕਹਿ ਦਿਓ ਵਾਹਿਗੁਰੂ ਵਾਹਿਗੁਰੂ ਜੀ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਧੰਨ ਜੀ। ਬਾਬਾ ਦੀਪ ਸਿੰਘ। ਰੋਜ਼ ਹੀ ਆਪਣਾ ਸਾਰਥੀ ਬਣ ਕੇ, ਰੋਜ਼ ਹੀ
ਰੋਜ਼ ਹੀ ਆਪਣਾ ਸਾਰਥੀ ਬਣ ਕੇ ਜੀਵਨ ਦੀ ਮਾਂ ਭਾਰਤ ਨੂੰ ਤੈਨੂੰ ਕੱਲਿਆਂ ਹੀ ਲੜਨਾ ਪੈਣਾ ਹੈ, ਕੱਲਿਆਂ। ਇਹ ਮੇਰੀ ਬੇਨਤੀ ਹੈ ਪਿਆਰੇ, ਬੇਨਤੀ। ਜਿੰਨੇ ਪ੍ਰੇਮੀ ਜਿੱਥੇ ਤੁਸੀਂ ਸਰਵਣ ਕਰ ਰਹੇ ਹੋ ਨਾ, ਜ਼ਿੰਦਗੀ ਦੀ ਇਸ ਰਣ ਭੂਮੀ ਦੇ ਵਿੱਚ ਤੁਹਾਨੂੰ ਕ੍ਰਿਸ਼ਨ ਵੀ ਬਣਨਾ ਪੈਣਾ ਹੈ, ਅਰਜੁਨ ਵੀ ਬਣਨਾ ਪੈਣਾ ਹੈ। ਸਾਰਥੀ ਬਣ ਕੇ ਆਪਣੇ ਜੀਵਨ ਨੂੰ ਅਗਾਂਹ ਵੀ ਵਧਾਉਣਾ ਪੈਣਾ ਹੈ। ਤੇ ਜਿਹੜੇ ਜੀਵਨ ਦੇ ਵਿੱਚ ਉਤਰਾਅ ਚੜ੍ਹਾਅ ਆ ਰਹੇ ਨੇ, ਦੁੱਖ ਸੁੱਖ ਆ ਰਹੇ ਨੇ, ਤਕਲੀਫਾਂ ਆ ਰਹੀਆਂ ਨੇ, ਉਸ ਦੁੱਖ ਸੁੱਖ ਦੇ ਸਮੇਂ ਦੇ ਵਿੱਚ ਤੈਨੂੰ ਆਪਣੇ ਅੰਦਰ ਧੀਰਜ ਬਣਾ ਕੇ ਵੀ ਰੱਖਣਾ ਪੈਣਾ ਹੈ ਜੀ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਪਿਆਰਿਓ, ਜਦੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਾ ਮੰਜ਼ਿਲ ਵੱਲ ਵਧਣ ਦੀ, ਕੋਸ਼ਿਸ਼ ਇਹੋ ਜੀ ਕਰੋ ਕਿ ਹਾਰਦੇ ਕਦੋਂ ਜਿੱਤ ਜਾਓ ਉਹਦਾ ਪਤਾ ਵੀ ਨਾ ਚੱਲੇ। ਕਹਦੇ ਵਾਹਿਗੁਰੂ ਵਾਹਿਗੁਰੂ। ਹਾਰਦੇ ਤੁਸੀਂ ਕਦੋਂ ਜਿੱਤ ਗਏ ਨਾ, ਇਸ ਚੀਜ਼ ਦਾ ਪਤਾ ਵੀ ਨਾ ਚੱਲੇ। ਕੋਸ਼ਿਸ਼ ਇਹੋ ਜੀ ਕਰੋ, ਇਹੋ ਜੀ। ਬਸ ਇਹ ਤਾਂ ਖਤਮ, ਇਹਦਾ ਤੇ ਕੁਝ ਬਣਨਾ ਨਹੀਂ। ਇਹ ਤੇ ਇਦਾਂ ਦਾ ਹੀ ਏ, ਇਹਦੇ ਕੋਲੋਂ ਤੇ ਕੋਈ ਵੀ ਕੰਮ ਪੂਰਾ ਨਹੀਂ ਹੋਇਆ। ਪਰ ਕੋਸ਼ਿਸ਼ ਤੂੰ ਕਰਦਾ ਜਾ, ਪਰ ਕੋਸ਼ਿਸ਼ ਕਰਦਿਆਂ ਭੁੱਲੀ ਨਾ। ਮੈਂ ਜਿਵੇਂ ਕਈ ਦੀਵਾਨਾਂ ਚ ਕਹਿਣਾ, ਕੋਸ਼ਿਸ਼ ਕਰਦਿਆਂ ਭੁੱਲਿਓ ਨਾ। ਹਾਂ, ਆਤਮ ਵਿਸ਼ਵਾਸ ਵੀ ਚਾਹੀਦਾ ਹੈ, ਮਿਹਨਤ ਵੀ ਕਰਨੀ ਹੈ। ਪਰ ਪਿਆਰਿਓ, ਇੱਕ ਚੀਜ਼ ਭੁੱਲ ਨਾ ਜਾਇਓ ਕਿ ਸਾਡੀ ਮਿਹਨਤ, ਸਾਡੇ ਕੀਤੇ ਹੋਏ ਉਦਮ, ਸਾਡਾ ਕੀਤਾ ਹੋਇਆ ਯਤਨ ਉਦੋਂ ਤੱਕ ਸਿਰੇ ਨਹੀਂ ਲੱਗਣਾ ਜਦ ਤੱਕ ਗੁਰੂ ਰਾਮਦਾਸ ਦੀ ਕਿਰਪਾ ਨਾਲ ਨਹੀਂ ਵਰਤੇਗੀ। ਕਹਦੇ ਵਾਹਿਗੁਰੂ। ਜਦੋਂ ਤੱਕ ਉਹਦੀ ਬਖਸ਼ਿਸ਼, ਉਹਦੀ ਨਜ਼ਰ ਮੇਰੇ ਉੱਤੇ ਨਹੀਂ ਨਾ ਆਏਗੀ, ਉਹਦੀ ਰਹਿਮਤ ਦਾ ਖਜ਼ਾਨਾ ਮੇਰੇ ਵੱਲ ਨਹੀਂ ਖੁੱਲੇਗਾ, ਉਦੋਂ ਤੱਕ ਕੀਤੇ ਹੋਏ ਮੇਰੇ ਪ੍ਰਯਾਸ, ਕੀਤੇ ਹੋਏ ਮੇਰੇ ਯਤਨ, ਕੀਤੇ ਹੋਏ ਪ੍ਰਯਤਨ, ਇਹ ਸਾਰੇ ਹੀ ਕਿਸੇ ਮੁਕਾਮ ਵੱਲ ਨਹੀਂ ਪਹੁੰਚਣੇ। ਇਹ ਕਿਸੇ ਵੀ ਸਿਰੇ ਨਹੀਂ ਲੱਗਣੇ। ਕਿਸੇ ਵੀ ਗੱਲ ਦਾ ਨਿਚੋੜ ਮੇਰੇ ਜੀਵਨ ਵਿੱਚ ਨਹੀਂ ਨਿਕਲ ਪਾਏਗਾ ਜਦ ਤੱਕ ਗੁਰੂ ਦੀ ਕਿਰਪਾ ਮੇਰੇ ਉੱਤੇ ਨਹੀਂ ਹੋਏਗੀ। ਤੇ ਗੁਰੂ ਦੀ ਕਿਰਪਾ ਲੈਣ ਵਾਸਤੇ ਜੀਵਨ ਬਣਾਓ, ਬਾਣੀ ਨਾਲ ਜੁੜੋ, ਭੁੱਲਣਾ ਨਹੀਂ। ਅੰਮ੍ਰਿਤ ਵੇਲੇ ਤੇ ਜੋ ਮਰਜ਼ੀ ਹੋ ਜੇ, ਉੱਠਣਾ ਹੀ ਉੱਠਣਾ ਹੈ। ਕਹਦੇ ਵਾਹਿਗੁਰੂ। ਤੇ ਜਿਹੜੇ ਕਈ ਲੇਟ ਸੌਂਦੇ ਨੇ, ਉਹ ਮੈਂ ਬੇਨਤੀ ਕਰਦਾ, ਕਈਆਂ ਨੂੰ ਕੰਮ ਕਾਜ ਵਿੱਚ ਦੇਰੀ ਹੋ ਜਾਂਦੀ, ਕਈਆਂ ਦੇ ਬਾਹਰਲੇ ਜਿਹੜੇ ਲੋਕ ਨੇ, ਕਈਆਂ ਦੀਆਂ ਡਿਊਟੀਆਂ ਰਾਤ ਦੀਆਂ ਨੇ, ਜਾਂ ਕਈ ਮੁੜਦੇ ਹੀ 12 ਵਜੇ ਨੇ, 11 ਵਜੇ ਮੁੜਦੇ ਨੇ। ਜਿਹੜਾ ਹੁਣ 1-2 ਵਜੇ ਸੋਏਗਾ, 11-12 ਵਜੇ ਘਰ ਆਇਆ, ਖਾਣਾ ਪਾਣੀ ਜੋ ਪ੍ਰਸ਼ਾਦਾ ਛਕਣ ਤੋਂ ਬਾਅਦ ਸੁੱਤਾ ਹੀ ਜਿਹੜਾ 1-1:30 ਵਜੇ, ਕਿੱਥੋਂ 4-5 ਵਜੇ ਉੱਠ ਜਾਏਗਾ। ਉਹਨਾਂ ਲਈ ਮੇਰੀ ਬੇਨਤੀ ਹੈ, ਜਿਨ੍ਹਾਂ ਦੀਆਂ ਡਿਊਟੀਆਂ ਇਹੋ ਜੀਆਂ ਨੇ, ਜਿਨ੍ਹਾਂ ਦੀਆਂ ਨੌਕਰੀਆਂ ਇਹੋ ਜੀਆਂ ਨੇ, ਜਿਨ੍ਹਾਂ ਦੇ ਕਾਰੋਬਾਰ ਇਹੋ ਜਿਹੇ ਨੇ, ਰਾਤ ਦੇਰ ਹੋ ਜਾਂਦੀ, ਤੇ ਪਿਆਰਿਓ ਆਪਣੇ ਮਾਈਂਡ ਵਿੱਚ ਇਹ ਗੱਲ ਪੱਕੀ ਫਿੱਟ ਕਰ ਲਓ ਕਿ ਘਰ ਆਉਣ ਤੋਂ ਬਾਅਦ, ਰੋਟੀ ਪਾਣੀ ਖਾਣ ਤੋਂ ਬਾਅਦ 1-1.5 ਘੰਟੇ ਦਾ ਸਮਾਂ ਉਹ ਮੇਰਾ ਹੈ ਹੀ ਨਹੀਂ, ਇਹ ਵੀ ਮੇਰੇ ਕੰਮ ਦੇ ਵਿੱਚ ਸ਼ਾਮਲ ਹੈ। ਘਰ ਆਏ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਉਸ ਤੋਂ ਬਾਅਦ ਸੌਂ ਗਏ। ਇਹਦੇ ਨਾਲ ਕੀ ਹੋਇਆ? ਤੂੰ ਆਪਣੀ ਡਿਊਟੀ ਵੀ ਪੂਰੀ ਦਿੱਤੀ, ਪਰ ਜਿਹੜਾ ਮਾਲਕ ਜੀ ਦਾ ਬਖਸ਼ਿਆ ਹੋਇਆ ਖੀਰੇ ਲਾਲਾਂ ਤੋਂ ਵੀ ਵੱਧ ਮਹਿੰਗਾ ਸਮਾਂ ਅੰਮ੍ਰਿਤ ਵੇਲੇ ਦਾ, ਉਹ ਵੀ ਤੂੰ ਸੰਭਾਲ ਲਿਆ। ਕਹਦੇ ਵਾਹਿਗੁਰੂ। ਕੋਸ਼ਿਸ਼ ਇਹੋ ਜੀ ਕਰੋ ਕਿ ਹਾਰਦੇ ਕਦੋਂ ਜਿੱਤ ਜਾਓ ਪਤਾ ਵੀ ਨਾ ਚੱਲੇ। ਤੇ ਇਹ ਕੋਸ਼ਿਸ਼ ਆਪਣੇ ਮਾਲਕ ਦਾ ਓਟ ਆਸਰਾ ਲੈ ਕੇ, ਆਪਣੇ ਮਾਲਕ ਦੀ ਕਿਰਪਾ ਲੈ ਕੇ ਕਰਿਓ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜਨਾ ਹੈ, ਆਨੰਦ ਸਾਹਿਬ ਜੀ ਦੀ ਬਾਣੀ, ਗੁਰੂ ਅਮਰਦਾਸ ਬਾਪੂ ਜੀ ਦੀ ਉਚਾਰਨ ਕੀਤੀ ਹੋਈ, ਇਹ ਬਾਣੀ ਦੇ ਵਿੱਚੋਂ ਇਹ ਸ਼ਬਦ ਦੇ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ। 917 ਅੰਗ ਤੋਂ ਲੈ ਕੇ 922 ਅੰਗ ਤੱਕ ਇਹ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। 917 ਤੋਂ 922 ਤੱਕ
ਤੇ आओ ये पहले बाणी दे विचों इस शब्द दा आपां गायन करना रल मिल के। उस तो बाद इहदे विच गुरु अमरदास बापू जी की उपदेश दे रहे ने वो भी साझा करांगे। ते गुरु दी कृपा, क्योंकि लफज आ रहा है कृपा कर बनवारी आ, वो कृपा मिलेगी सानू किवें, वो भी सतगुरु समर्थ बख्शण। पढ़ियो जी प्यार दे नाल इह शब्द। बनवारिया कृपा कर बनवारिया। बोलो जी। बनवारिया कृपा कर बनवारिया। बनवारिया बनवारिया कृपा कर बनवारिया। तन गुरु रामदास जी, तन गुरु रामदास जी, तन गुरु रामदास जी। सारे बोलो तन गुरु रामदास जी। बनवारिया कृपा कर बनवारिया। बनवारिया बनवारिया कृपा कर बनवारिया। कृपा कर बनवारिया, 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 कृपा कर बनवारिया। तुद बाज समरथ कोई नाही, तुद बाज समरथ कोई नाही। तुद बाज समरथ कोई नाही, तुद बाज समरथ कोई नाही। कृपा कर बनवारिया, बनवारिया कृपा कर बनवारी। बनवारिया बनवारिया सारे पढ़ो जी। कृपा कर बनवारिया। साची लिवे बिन देन माणी, देहन माणी लिवे बाजो क्या करे विचारिया। साची लिवे बिन देन माणी, देहन माणी लिवे बाजो क्या करे विचारिया। क्या करे विचारिया।
बनवारिया कृपा कर बनवारिया 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 कृपा कर बनवारिया तुद बाज समरथ होए नाही तुद बाज समरथ होए नाही तुद बाज समरथ कोए नाही तुद बाज समरथ कोए नाही कृपा कर बनवारिया बनवारिया कृपा कर बनवारिया 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 कृपा कर बनवारिया एस नोहर थाओ नाही शब्द लाग सवारिया एस नोहर थाओ नाही शब्द लाग सवारिया एस नोहर थाओ नाही शब्द लाग सवारिया शब्द लाग सवारिया बनवारिया कृपा कर बनवारिया 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 कृपा कर बनवारिया तुद बाज समरथ कोए नाही तुद बाज समरथ कोए नाही जी कृपा कर बनवारिया बनवारिया कृपा कर बनवारिया 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 कृपा कर बनवारिया
करे विचारिया। काहे नानक काहे नानक लीवे बाजो क्या कहे नानक लिवे बाजो क्या करे विचारिया। कहे नानक लिवे बाजो क्या करे विचारिया। क्या करे विचारिया बनवारिया। कृपा कर बनवारिया बनवारिया बनवारिया। कृपा कर बनवारिया। तुद बाज समरथ कोई नाही। बाज समरथ कोई नाही। तुद बाज समरथ कोई नाही। बाज समरथ कोई नाही। कृपा कर बनवारिया बनवारिया। कृपा कर बनवारिया बनवारिया बनवारिया। कृपा कर 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 बनवारिया। बनवारिया 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 बनवारिया। बनवारिया 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 बनवारिया। धन गुरु रामदास जी धन गुरु रामदास जी। 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 वाहिगुरु 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 वाहिगुरु
कोई रसना खाली न रहे प्यारे हो। सब जुड़ जाओ। गुरु रामदास जी बनवारिया कृपा कर बनवारिया 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 कृपा कर बनवारिया खुद बाज समरथ कोई नाही 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 कृपा कर बनवारिया बनवारिया कृपा कर बनवारिया 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 कृपा कर बनवारिया। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕੀ ਫਰਮਾਨ ਕਰ ਰਹੇ। ਕਹਿੰਦੇ ਪਿਆਰਿਆ ਜੇ ਤੇਰੇ ਅੰਦਰ ਪਰਮੇਸ਼ਰ ਦੇ ਚਰਨਾਂ ਦੀ ਲਗਨ ਹੀ ਨਾ ਲੱਗੇ, ਪਰਮੇਸ਼ਰ ਦੇ ਚਰਨਾਂ ਦਾ ਜੇ ਤੇਰੇ ਅੰਦਰ ਪਿਆਰ ਹੀ ਪੈਦਾ ਨਾ ਹੋਇਆ, ਜੇ ਤੂੰ ਉਹਦੇ ਚਰਨਾਂ ਦਾ ਆਨੰਦ ਹੀ ਨਾ ਮਾਣਿਆ, ਤੇ ਇਹ ਫਿਰ ਮਨੁੱਖਾ ਦੇਹੀ ਵਿੱਚ ਆਉਣ ਦਾ ਤੇਰਾ ਲਾਭ ਕੋਈ ਨਹੀਂ। ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਤੇਰਾ ਨਿਆਸਰਾ ਜਿਹਾ ਰਹਿੰਦਾ ਹੈ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੱਚੀ ਪ੍ਰੀਤ ਦੇ ਬਾਝੋਂ ਇੱਕ ਮਾਇਆ ਵਿਚਾਰੀ ਜੀ ਰਹਿੰਦੀ। ਕਈ ਵਾਰ ਕਹਿੰਦੇ ਵਿਚਾਰਾ ਹੈ, ਚੱਲ ਤਰਸ ਕਰ ਛੱਡ ਯਾਰ, ਵਿਚਾਰਾ ਹੈ, ਛੱਡ ਦੇ। ਕਹਿੰਦੇ ਉਸ ਪਰਮੇਸ਼ਰ ਦੀ ਸੱਚੀ ਪ੍ਰੀਤ ਦੇ ਬਾਝੋਂ ਇਹ ਸਰੀਰ ਨਿਆਸਰਾ ਜਿਹਾ ਰਹਿੰਦਾ ਹੈ। ਸਾਚੀ ਲਿਵੈ ਬਿਨ ਦੇ ਨਿਮਾਣੀ, ਅੱਗੇ ਕਹਿੰਦੇ ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਕਹਿੰਦੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤੀ ਤੋਂ ਬਿਨਾ ਨਿਆਸਰਾ ਹੋਇਆ ਇਹ ਸਰੀਰ ਜਿਹੜੇ ਵੀ ਕੰਮ ਕਰਦਾ ਹੈ ਨਾ, ਉਹ ਪਰਮੇਸ਼ਰ ਨੂੰ ਭਾਉਂਦਾ ਹੀ ਨਹੀਂ। ਸਾਰੇ ਨਕੰਮੇ ਕੰਮ ਕਰਦਾ, ਨਕਾਰੇ ਕੰਮ ਕਰਦਾ। ਕਹਦੇ ਵਾਹਿਗੁਰੂ ਨਕਾਰੇ ਕੰਮ। ਆਪਣੇ ਵੱਲੋਂ ਤੇ ਬੜਾ ਚੌਧਰੀ ਬਣਦਾ ਹੈ, ਆਪਣੇ ਵੱਲੋਂ ਤੇ ਬੜੀ ਅਟੌਰ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਮੈਂ ਪਰ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਕੋਈ ਨਹੀਂ, ਅੰਦਰ ਲਗਨ ਕੋਈ ਨਹੀਂ। ਤੇ ਉਸ ਲਗਨ ਤੋਂ ਬਿਨਾ ਜਿੰਨੇ ਵੀ ਕੰਮ ਨੇ ਨਾ, ਉਹ ਕੰਮਾਂ ਨੂੰ ਪਰਮੇਸ਼ਰ ਨਕਾਰੀ ਜਾਂਦਾ, ਰਿਜੈਕਟ ਕਰੀ ਜਾਂਦਾ। ਕਹਦੇ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਰਮੇਸ਼ਰ ਦੀ ਪ੍ਰੀਤੀ ਤੋਂ ਬਿਨਾ ਤੂੰ ਕੀਤਾ ਕੀਰਤਨ ਬਾਬੇ ਨੇ ਰਿਜੈਕਟ ਕਰਤਾ। ਤੇਰੇ ਅੰਦਰ ਪਖੰਡ ਹੈ, ਤੇਰੇ ਅੰਦਰ ਦਿਖਾਵਾ ਹੈ, ਤੂੰ ਤੇ ਇਉਂ ਹੈ। ਕੋਈ ਗਾਵੇ ਰਾਗੀ ਨਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਜਿੰਨਾ ਅੰਤਰ ਕਪਟ ਵਿਕਾਰ ਰਖੈ, ਤਿੰਨਾ ਰੋਏ ਕਿਆ ਕੀਜੇ। ਤੂੰ ਗਾ ਰਿਹਾ, ਤੂੰ ਤੇ ਰੋ ਰਿਹਾ। ਕਹਦੇ ਵਾਹਿਗੁਰੂ। ਤੂੰ ਤੇ ਪਖੰਡ ਕਰਦਾ,
ਪਰਮੇਸ਼ਰ ਦੀ ਪ੍ਰੀਤੀ ਤੋਂ ਬਿਨਾ ਜੇ ਤੂੰ ਸੇਵਾ ਕਰਦਾ, ਤੇਰੀ ਕੀਤੀ ਹੋਈ ਸੇਵਾ ਨੂੰ ਵੀ ਗੁਰੂ ਨੇ ਰਿਜੈਕਟ ਕਰਤਾ, ਨਕਾਰੇ ਕੰਮਾਂ ਦੇ ਵਿੱਚ ਲਿਆ ਕੇ ਖੜਾ ਕਰਤਾ। ਕਿਉਂ? ਕਿਉਂਕਿ ਕੀਤੀ ਤੇ ਤੂੰ ਸੇਵਾ ਆਪਣੇ ਹੰਕਾਰ ਦੀ ਮੈਲ ਨੂੰ ਲਾਉਣ ਵਾਸਤੇ, ਪਰ ਜਿਉਂ-ਜਿਉਂ ਕਰ ਰਹੇ ਆ ਸੇਵਾ, ਹੰਕਾਰ ਹੋਰ ਚੜਦਾ ਜਾ ਰਿਹਾ। ਦਾਤਾ ਕਹਿੰਦਾ ਰਿਜੈਕਟ, ਪਿੱਛੇ ਕਰਤੀ ਸੇਵਾ। ਉਹ ਤੂੰ ਪਰਮੇਸ਼ਰ ਦੇ ਪਿਆਰ ਤੋਂ ਬਿਨਾ ਦਾਨ ਪੁੰਨ ਕਰਨੇ ਸ਼ੁਰੂ ਕਰਤੇ। ਕਿਤੇ ਤੇ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ ਸ਼ੁਰੂ ਕਰਤਾ, ਕਿਤੇ ਗਰੀਬ ਬੱਚਿਆਂ ਦੀ ਪੜ੍ਹਾਈ ਕਰਾਉਣੀ ਸ਼ੁਰੂ ਕਰਤੀ, ਕਿਤੇ ਹਸਪਤਾਲ ਖੋਲ ਕੇ ਤੂੰ ਇਲਾਜ ਕਰਨੇ ਲੋੜਵੰਦਾਂ ਦੇ ਸ਼ੁਰੂ ਕਰਤੇ, ਕਿਤੇ ਨੰਗੇ ਦਾ ਤਨ ਕੱਢਣਾ ਸ਼ੁਰੂ ਕਰਤਾ, ਭੁੱਖੇ ਦਾ ਪੇਟ ਭਰਨਾ ਸ਼ੁਰੂ ਕਰ ਦਿੱਤਾ। ਪਰ ਪਿਆਰ ਤੇਰੇ ਅੰਦਰ ਆਇਆ ਕੋਈ ਨਹੀਂ। ਇਹ ਚੀਜ਼ਾਂ ਕਰ ਕਰਕੇ ਸਗੋਂ ਹੋਰ ਅਹੰਕਾਰ ਵਧਣ ਲੱਗ ਪਿਆ। ਦਾਤੇ ਨੇ ਤੇਰੇ ਦਾਨ ਪੁੰਨ ਕੀਤੇ ਵੀ ਰਿਜੈਕਟ ਕਰਤੇ। ਕਹਦੇ ਵਾਹਿਗੁਰੂ ਵਾਹਿਗੁਰੂ। ਸਭ ਕੁਝ ਕੀਤਾ ਤੇਰਾ ਰਿਜੈਕਟ ਹੋ ਗਿਆ। ਪਰ ਹੋਇਆ ਕਿਉਂ? ਕਿਉਂਕਿ ਤੇਰੇ ਅੰਦਰ ਪ੍ਰੇਮਾ ਭਗਤੀ ਨਹੀਂ ਆਈ। ਕਹਦੇ ਵਾਹਿਗੁਰੂ ਵਾਹਿਗੁਰੂ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸੰਤ ਅਗਸਤੀਨ, ਉਹਨਾਂ ਕੋਲੋਂ ਕਿਸੇ ਨੇ ਪੁੱਛਿਆ, ਇਹ ਬੜੀ ਪਿਆਰੀ 1 ਮਿੰਟ ਦੀ ਗੱਲ ਹੈ, ਸਾਰੇ ਧਿਆਨ ਇੱਥੇ ਰੱਖਿਓ। ਕਿਸੇ ਨੇ ਪੁੱਛਿਆ, ਕਹਿੰਦਾ ਜੀ ਸਾਨੂੰ ਸੰਖੇਪ ਰੂਪ ਵਿੱਚ ਸਮਝਾਓ ਕਿ ਧਰਮ ਦਾ ਸਾਰ ਕੀ ਹੈ। ਧਰਮ ਦਾ ਸਾਰ, ਪਾਪਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਪਾਪ ਤਾਂ ਅਨੇਕ ਨੇ ਪਰ ਜੀਵਨ ਛੋਟਾ ਜਿਹਾ। ਬੰਦਾ ਪਾਪਾਂ ਤੋਂ ਕਿਵੇਂ ਬਚੇ? ਧਰਮ ਦਾ ਸਾਰ ਕੀ ਹੈ? ਇਸ ਲਈ ਮੈਨੂੰ ਕੋਈ ਐਸੀ ਕੁੰਜੀ ਦਿਓ ਜਿਸ ਇੱਕ ਕੁੰਜੀ ਦੇ ਨਾਲ ਸਾਰੇ ਮਸਲਿਆਂ ਦਾ ਹੱਲ ਹੋ ਜੇ। ਕਹਦੇ ਵਾਹਿਗੁਰੂ ਵਾਹਿਗੁਰੂ। ਤੇ ਸੰਤ ਅਗਸਤੀਨ ਪਤਾ ਕੀ ਕਹਿੰਦੇ? ਕਹਿਣ ਲੱਗੇ ਪਿਆਰਿਆ, ਜੇ ਜੀਵਨ ਦੇ ਵਿੱਚ ਚਾਹੁੰਦਾ ਸਾਰੇ ਮਸਲਿਆਂ ਦਾ ਹੱਲ ਹੋ ਜਾਏ, ਜੇ ਤੂੰ ਚਾਹੁੰਦਾ ਹੈ ਪਾਪਾਂ ਤੋਂ ਬਚਿਆ ਜਾ ਸਕੇ, ਜੇ ਧਰਮ ਦਾ ਸਾਰ ਪੁੱਛਦਾ ਹੈ ਨਾ, ਤੇ ਜੇ ਪੁੱਛਦਾ ਹੈ ਕਿ ਇੱਕ ਕੁੰਜੀ ਇਹੋ ਜੀ ਦੱਸੋ ਜਿਹਦੇ ਨਾਲ ਸਾਰੀਆਂ ਮੁਸ਼ਕਲਾਂ ਮੇਰੀਆਂ ਹੱਲ ਹੋ ਜਾਣ, ਤੇ ਉਹ ਇੱਕੋ ਇੱਕ ਕੁੰਜੀ ਏ, ਉਹ ਕੁੰਜੀ ਹੈ ਪ੍ਰੇਮ ਦੀ। ਕਹਦੇ ਵਾਹਿਗੁਰੂ ਵਾਹਿਗੁਰੂ। ਪਰਮੇਸ਼ਰ ਦੇ ਪ੍ਰੇਮ ਦੀ ਕੁੰਜੀ, ਪ੍ਰੇਮ ਦੀ। ਕਿਉਂਕਿ ਜਿਹੜਾ ਪ੍ਰੇਮ ਕਰੇਗਾ ਉਹ ਪਾਪ ਕਰੇਗਾ ਹੀ ਨਹੀਂ। ਹਾਂਜੀ, ਪਾਪ ਕਰੇਗਾ ਹੀ ਨਹੀਂ। ਔਰ ਪਰਮੇਸ਼ਰ ਦੇ ਨਾਲ ਪ੍ਰੇਮ ਜੇ ਬੰਦਾ ਕਰੇਗਾ ਤੇ ਪਰਮੇਸ਼ਰ ਦੀ ਬਣਾਈ ਹੋਈ ਖਲਕਤ ਨਾਲ ਵੀ ਪ੍ਰੇਮ ਹੋ ਜਾਏਗਾ ਉਹਦਾ। ਹਰੇਕ ਦੇ ਵਿੱਚੋਂ ਫਿਰ ਉਹਦੇ ਹੀ ਦਰਸ਼ਨ ਕਰੇਗਾ। ਤੇ ਜਦੋਂ ਬੰਦਾ ਹਰੇਕ ਦੇ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਕਰੇਗਾ, ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰੇਗਾ, ਕਦੀ ਚੋਰੀ ਨਹੀਂ ਕਰੇਗਾ, ਕਦੀ ਪਾਪ ਨਹੀਂ ਕਰੇਗਾ। ਕਿਉਂ? ਮੇਰਾ ਤੇ ਇਹਦੇ ਨਾਲ ਪ੍ਰੇਮ ਹੀ ਬੜਾ, ਮੇਰਾ ਤੇ ਇਹਦੇ ਨਾਲ ਪਿਆਰ ਹੀ ਬੜਾ। ਫਿਰ ਕਿਸੇ ਦੀ ਹੱਤਿਆ ਵੀ ਨਹੀਂ ਕਰੇਗਾ। ਕਹਦੇ ਵਾਹਿਗੁਰੂ ਵਾਹਿਗੁਰੂ। ਕਿਉਂਕਿ ਮੇਰਾ ਪ੍ਰੇਮ ਬਣ ਗਿਆ। ਪ੍ਰੇਮ, ਜਿੱਥੇ ਪ੍ਰੇਮ ਨਹੀਂ ਉੱਥੇ ਠੱਗੀਆਂ ਵੀ ਹੁੰਦੀਆਂ ਨੇ, ਜਿੱਥੇ ਪ੍ਰੇਮ ਨਹੀਂ ਉੱਥੇ ਪਾਪ ਵੀ ਹੁੰਦੇ ਨੇ, ਜਿੱਥੇ ਪ੍ਰੇਮ ਨਹੀਂ ਉੱਥੇ ਧੋਖੇ ਵੀ ਦਿੱਤੇ ਜਾਂਦੇ ਨੇ, ਪਰ ਜਿੱਥੇ ਪ੍ਰੇਮ ਲੱਗ ਜਾਵੇ ਉੱਥੇ ਤੇ ਆਪਣਾ ਆਪ ਵਾਰਿਆ ਜਾਂਦਾ ਹੈ। ਪਿਆਰਿਓ, ਆਪਣਾ ਆਪ ਵਾਰਿਆ ਜਾਂਦਾ ਹੈ। ਸੰਤ ਅਗਸਤੀਨ ਕੀ ਕਹਿੰਦੇ? ਕਹਿਣ ਲੱਗੇ ਪਿਆਰਿਆ, ਸਿਰਫ ਇੱਕੋ ਇੱਕ ਕੁੰਜੀ ਏ ਪ੍ਰੇਮ ਦੀ ਕੁੰਜੀ। ਪ੍ਰੇਮ ਦੀ, ਜਿਸ ਬੰਦੇ ਕੋਲ ਪ੍ਰੇਮ ਦੀ ਕੁੰਜੀ ਹੈ ਨਾ, ਇਸ ਕੁੰਜੀ ਦੇ ਨਾਲ ਸਾਰੇ ਹੀ ਤਾਲੇ ਖੁੱਲ ਜਾਂਦੇ ਨੇ, ਸਾਰੇ ਹੀ ਮਸਲਿਆਂ ਦਾ ਹੱਲ ਹੋ ਜਾਂਦਾ ਹੈ। ਬੰਦਾ ਪਾਪ ਕਰਮ ਕਰਨ ਤੋਂ ਬਚ ਜਾਂਦਾ ਹੈ, ਬੰਦਾ ਕਿਸੇ ਨਾਲ ਧੋਖਾ ਨਹੀਂ ਕਰਦਾ। ਕਿਉਂ? ਮੇਰਾ ਤੇ ਪ੍ਰੇਮ ਪੈ ਗਿਆ ਪਰਮੇਸ਼ਰ ਨਾਲ, ਤੇ ਜਿਹਦੇ ਨਾਲ ਮੇਰਾ ਪ੍ਰੇਮ ਪਿਆ ਉਹ ਤੇ ਹਰ ਏਕ ਦੇ ਵਿੱਚ ਵਸ ਰਿਹਾ, ਹਰੇਕ ਦੇ ਵਿੱਚ। ਕਹਦੇ ਵਾਹਿਗੁਰੂ ਵਾਹਿਗੁਰੂ। ਕਰੁਣਾ ਦਾ ਅਰਥ ਵੀ ਪ੍ਰੇਮ ਹੀ ਹੁੰਦਾ ਹੈ। ਪ੍ਰੇਮ, ਸਿਰਫ ਪ੍ਰੇਮ ਦੀ ਕਮੀ ਕਰਕੇ ਬੰਦਾ ਸਾਰੇ ਪਾਪ ਕਰਦਾ ਹੈ। ਤਾਂ ਹੀ ਤੇ ਬਾਪੂ ਗੁਰੂ ਗੋਬਿੰਦ ਸਿੰਘ ਜੀ ਨੇ ਮੁਹਰ ਲਾਈ, ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਤੇ ਮੇਰੇ ਸਾਹਿਬ ਪਿਤਾ ਜੀ ਨੇ ਬਚਨ ਕੀਤੇ ਨੇ, ਪ੍ਰੇਮ ਦੀ ਖੇਡ ਭਾਵੇਂ ਹੈ ਕਠਣ, ਕਠਣ, ਪਰ ਪਿਆਰਿਓ ਸਾਨੂੰ ਤੇ ਸਿੱਖਾਂ ਨੂੰ
महाराज ने इथों तक बचन कीता है, जो तो प्रेम खेलन का चाओ, सिर धर तली गली मेरी आओ। सिर तली ते रखना ही, अपने अहंकार नूं तली ते रखना ही, अपनियां विचारां नूं तली ते रखना ही। जो तेरे सिर दे विच, जो तेरे दिमाग दे विच, क्योंकि सारे ते बाबा दीप सिंह जी बन नहीं सकदे। ते ਇਹ ਪੰਕਤੀਆਂ ਦੇ ਅਰਥ ਮਹਾਂਪੁਰਖ ਇਦਾਂ ਵੀ ਕਰਦੇ ਸੀ, ਕਹਿੰਦੇ ਆਪਣੀ ਮਤ ਦਾ ਤਿਆਗ ਕਰਕੇ, ਆਪਣੀ ਮਾੜੀ ਮਤ, ਆਪਣੇ ਵਿਚਾਰ, ਆਪਣੇ ਅਹੰਕਾਰ ਨੂੰ ਤਲੀ ਤੇ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਆ ਜਾ। ਜੇ ਪ੍ਰੇਮ ਦੀ ਖੇਡ ਖੇਡਣੀ ਹੋ ਤੇ ਜੇ ਇੱਥੇ ਆ ਕੇ ਵੀ ਮੈਂ ਦੀ ਪੜ੍ਹਾਈ ਕਰਨੀ, ਫਿਰ ਗੱਲ ਨਹੀਂ ਬਣਨੀ। ਪ੍ਰੇਮ ਹੀ ਇੱਕੋ ਇੱਕ ਇਹੋ ਜੀ ਕੁੰਜੀ ਏ ਪਿਆਰਿਓ, ਜਿਹਦੇ ਨਾਲ ਜੀਵਨ ਦੇ ਸਾਰੇ ਮਸਲਿਆਂ ਦਾ ਹੱਲ ਹੋ ਜਾਂਦਾ ਹੈ। ਤੇ ਮੇਰੇ ਸਾਹਿਬ ਗੁਰੂ ਅਮਰਦਾਸ ਜੀ ਫਰਮਾਨ ਕਰ ਰਹੇ, ਕਹਿੰਦੇ ਪਿਆਰਿਆ ਜੇ ਤੇਰੇ ਅੰਦਰ ਪ੍ਰੇਮਾ ਭਗਤੀ ਨਾ ਆਈ, ਸਾਚੀ ਲਿਵੈ ਬਿਨ ਦੇ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਕਹਿੰਦੇ ਤੇਰੇ ਸਾਰੇ ਕੰਮ ਕਰ ਰਹੇ ਆ ਨਾ, ਇਹ ਨਕਾਰੇ ਹੋਏ ਕੰਮ ਨੇ, ਪਰਮੇਸ਼ਰ ਨੇ ਨਕਾਰਤੇ ਜੇ ਤੇਰੇ ਅੰਦਰ ਪ੍ਰੇਮ ਨਾ ਆਇਆ। ਅੱਗੇ ਸਾਹਿਬ ਕਹਿੰਦੇ ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਅਨਵਾਰੀਆ। ਤੇ ਹੇ ਪਿਤਾ ਜੀ, ਸਮਰੱਥ ਮਾਲਕ ਜੀ, ਜਗਤ ਦੇ ਪ੍ਰਤਪਾਲਕ ਜੀ, ਤੁਸੀਂ ਕਿਰਪਾ ਕਰੋ, ਤੁਸੀਂ ਇਹ ਬਖਸ਼ਿਸ਼ ਕਰੋ ਕਿ ਮੇਰਾ ਜਿਹੜਾ ਜੀਵਨ ਹੈ ਗੁਰ ਸ਼ਬਦ ਦੇ ਨਾਲ ਲੱਗ ਕੇ ਸਵਰ ਜਾਵੇ, ਕਿਉਂਕਿ ਕੋਈ ਹੋਰ ਇਸ ਜੀਵਨ ਨੂੰ ਸੁਚੱਜੇ ਪਾਸੇ ਲਾਉਣ ਜੋਗਾ ਹੈ ਹੀ ਨਹੀਂ ਹੈ। ਕਹਦੇ ਵਾਹਿਗੁਰੂ, ਉਹ ਤੁਸੀਂ ਕਿਰਪਾ ਕਰਦੇ ਹੋ ਜੀ, ਤੁਸੀਂ ਮਿਹਰ ਕਰਦੇ ਹੋ ਗੁਰੂ ਰਾਮਦਾਸ ਜੀ, ਤੁਸੀਂ ਆਪ ਹੀ ਮੇਰੇ ਤੇ ਤਰਸ ਕਰਕੇ ਆਪਣੇ ਚਰਨਾਂ ਨਾਲ ਜੋੜ ਲਾਓ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਅਨਵਾਰੀਆ। ਅੱਗੇ ਸਾਹਿਬ ਕਹਿੰਦੇ ਤੁਹਾਡੇ ਤੋਂ ਬਿਨਾ ਕੋਈ ਹੋਰ ਨਹੀਂ ਜਿਹੜਾ ਇਸ ਸਰੀਰ ਨੂੰ ਸੁਚੱਜੇ ਪਾਸੇ ਲਾ ਸਕੇ, ਤੇ ਤੁਹਾਡੀ ਹੀ ਕਿਰਪਾ ਨਾਲ ਇਹ ਗੁਰੂ ਦੇ ਸ਼ਬਦ ਵਿੱਚ ਲੱਗ ਕੇ ਮੇਰੇ ਅੰਦਰ ਸੁਧਾਰ ਹੋ ਸਕਦਾ ਹੈ। ਇਸ ਨੌ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਤੇ ਅੱਗੇ ਕਹਿੰਦੇ ਕਹੈ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਗੁਰੂ ਅਮਰਦਾਸ ਜੀ ਕਹਿੰਦੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰ ਅਧੀਨ ਰਹਿੰਦਾ ਹੈ, ਦੂਜਿਆਂ ਦੇ ਅਧੀਨ। ਕਦੀ ਮਾਇਆ ਦੇ ਪ੍ਰਭਾਵ ਹੇਠ ਆ ਜਾਏਗਾ, ਕਦੀ ਕਿਸੇ ਦੇ ਪ੍ਰਭਾਵ ਹੇਠ ਆ ਜਾਏਗਾ, ਪਰ ਅਧੀਨ ਰਹਿੰਦਾ ਇਹ ਸਰੀਰ ਜੇ ਅੰਦਰ ਪ੍ਰੇਮ ਨਹੀਂ। ਤੇ ਜੋ ਕੁਝ ਵੀ ਕਰਦਾ ਹੈ ਨਿਕੰਮੇ ਹੀ ਕੰਮ ਕਰਦਾ ਹੈ। ਕਹਦੇ ਵਾਹਿਗੁਰੂ, ਪ੍ਰੇਮ ਤੋਂ ਬਿਨਾ, ਪ੍ਰੀਤੀ ਤੋਂ ਬਿਨਾ ਸਾਰੇ ਕੰਮ ਹੀ ਨਿਕੰਮੇ ਨੇ। ਤੇ ਇਹ ਪ੍ਰੀਤੀ ਮੈਨੂੰ ਮਿਲੇਗੀ ਕਦੋਂ? ਜਦੋਂ ਤੇਰੀ ਕਿਰਪਾ ਹੋ ਜਾਏਗੀ। ਕਿਰਪਾ ਇਸ ਕਰਕੇ ਅੱਜ ਮੰਗਣਾ ਹੈ। ਕੀ ਮੰਗਣਾ ਹੈ? ਪੜਿਓ ਜੀ ਸਾਰੇ। ਬਨਵਾਰੀਆਂ ਕਿਰਪਾ ਕਰ, ਬਨਵਾਰੀਆਂ 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 ਕਿਰਪਾ ਕਰ, ਬਨਵਾਰੀਆਂ ਤੁਧ ਬਾਜ ਸਮਰੱਥ ਕੋਏ ਨਾਹੀ, 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 ਕਿਰਪਾ ਕਰ ਬਨਵਾਰੀਆਂ ਬਨਵਾਰੀਆਂ ਕਿਰਪਾ ਕਰ ਬਨਵਾਰੀਆਂ 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 ਕਿਰਪਾ ਕਰ ਬਨਵਾਰੀਆਂ। ਜੇ ਉਹਦੀਆਂ
ਬਖਸ਼ਿਸ਼ਾਂ ਉਹਦੀਆਂ, ਮਿਹਰਾਂ ਉਹਦੀ, ਕਿਰਪਾ ਕਿਰਨ ਤੇ ਆ ਜਾਈਏ ਨਾ ਜਿਹੜੀਆਂ ਕੀਤੀਆਂ ਹੀ ਹੋਈਆਂ ਨੇ ਉਹਨੇ, ਤਾਂ ਵੀ ਸਾਰਾ ਜੀਵਨ ਉਹਦਾ ਸ਼ੁਕਰਾਨਾ ਕਰਨ ਤੇ ਲੱਗੇ ਰਹੀਏ, ਨਹੀਂ ਕਰ ਸਕਦੇ ਆਪਾਂ। ਇਹ ਵੀ ਕਿਰਪਾ ਹੀ ਏ ਜਿਹੜਾ ਸਾਨੂੰ ਮਨੁੱਖੀ ਜੰਮਾ ਮਿਲਿਆ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਇਹ ਵੀ ਕਿਰਪਾ ਹੀ ਹੈ ਕਿ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਤੇ ਜੇ ਮਨੁੱਖਾ ਦੇਹੀ ਧਾਰ ਕੇ ਅਸੀਂ ਗੁਰੂ ਵਾਲੇ ਬਣ ਗਏ ਆ ਨਾ, ਸਾਨੂੰ ਸੱਚਾ ਗੁਰੂ ਮਿਲ ਗਿਆ ਹੈ, ਅਸੀਂ ਅੰਮ੍ਰਿਤ ਧਾਰੀ ਬਣ ਗਏ ਆ, ਆਪਣੇ ਮਾਲਕ ਦੇ ਬਣ ਗਏ ਆ, ਨਿਗੋਰੇਪਨ ਦਾ ਦਾਗ ਸਾਡੇ ਉੱਤੋਂ ਉਤਰ ਗਿਆ, ਅਸੀਂ ਗੁਰੂ ਵਾਲੇ ਬਣ ਗਏ ਆ। ਤੇ ਪਿਆਰਿਓ, ਗੁਰੂ ਦਾ ਮਿਲਾਪ ਹੋਣਾ, ਗੁਰੂ ਵਾਲੇ ਬਣ ਜਾਣਾ, ਗੁਰੂ ਜੀ ਦੇ ਕੋਲੋਂ ਗੁਰਮੰਤਰ ਲੈ ਲੈਣਾ, ਇਹ ਵੀ ਵੱਡੀ ਕਿਰਪਾ ਹੀ ਹੈ। ਕਹਦੇ ਵਾਹਿਗੁਰੂ ਵਾਹਿਗੁਰੂ। ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਮੈਂ ਕਈ ਵਾਰੀ ਹੈਰਾਨ ਹੁੰਨਾ, ਮੇਰਾ ਸਹਿਬ ਤੇ ਕਿਰਪਾ ਕਰਦਾ ਹੀ ਕਰਦਾ ਹੈ, ਪ੍ਰਭ ਕਿਰਪਾ ਤੇ ਨਾਮ ਧਿਆਈਐ। ਸਹਿਬ ਕੋਲੋਂ ਤੇ ਕਿਰਪਾ ਮਿਲਦੀ ਹੈ, ਪਰਮੇਸ਼ਰ ਦੇ ਕੋਲੋਂ ਤੇ ਕਿਰਪਾ ਮਿਲਦੀ ਏ। ਪਰਮੇਸ਼ਰ ਪ੍ਰਭ ਕਿਰਪਾ ਤੇ ਨਾਮ ਧਿਆਈਏ। ਤੇ ਗੁਰ ਪਰਮੇਸ਼ਰ ਵੀ ਖਾਲੀ ਨਹੀਂ ਮੋੜਦਾ। ਜਦੋਂ ਕੋਈ ਚਰਨਾਂ ਵਿੱਚ ਢਹਿ ਕੇ ਆ ਜਾਂਦਾ ਹੈ ਨਾ, ਕਿਰਪਾ ਤੇ ਗੁਰੂ ਵੀ ਕਰ ਦਿੰਦਾ। ਗੁਰ ਕਿਰਪਾ ਤੇ ਨਾਮ ਵਖਾਣ, ਇਹ ਅਲੱਗ-ਅਲੱਗ ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਕਿਤੇ ਕਹਿੰਦੇ ਪ੍ਰਭ ਕਿਰਪਾ ਤੇ ਨਾਮ ਧਿਆਈਐ, ਕਿਤੇ ਕਹਿੰਦੇ ਗੁਰ ਕਿਰਪਾ ਤੇ ਨਾਮ ਵਖਾਣ। ਇੱਕ ਜਗ੍ਹਾ ਤੇ ਸਾਹਿਬ ਨੇ ਫਰਮਾਨ ਕੀਤਾ, ਕਹਿੰਦੇ ਜਿੱਥੇ ਰੱਬ ਕਿਰਪਾ ਕਰ ਸਕਦਾ ਹੈ, ਪ੍ਰਭੂ ਕਿਰਪਾ ਕਰ ਸਕਦਾ ਹੈ, ਗੁਰ ਪਰਮੇਸ਼ਰ ਕਿਰਪਾ ਕਰ ਸਕਦਾ ਹੈ, ਉਹ ਜੇ ਮਨ ਨੀਵਾਂ ਕਰਕੇ ਕਿਸੇ ਕਮਾਈ ਵਾਲੇ ਦੇ ਚਰਨਾਂ ਵਿੱਚ ਚਲਿਆ ਜਾਏਗਾ ਨਾ, ਕਿਰਪਾ ਤੇ ਕਮਾਈ ਵਾਲਾ ਵੀ ਕਰ ਦਿੰਦਾ ਹੈ। ਸੰਤ ਕਿਰਪਾ ਤੇ ਜਪੀਐ ਨਾਮ, ਪੂਰਨ ਸਾਧੂ ਵੀ ਕਿਰਪਾ ਕਰ ਸਕਦਾ ਹੈ। ਉਹਦੇ ਕੋਲ ਵੀ ਪਾਵਰ ਦਿੱਤੀ ਹੋਈ ਹੈ ਸਾਹਿਬ ਨੇ। ਸੰਤ ਵੀ ਕਿਰਪਾ ਕਰ ਸਕਦਾ ਹੈ, ਸਾਧੂ ਵੀ। ਆਹਾ, ਸਾਧ ਕਿਰਪਾ ਤੇ ਸੂਕਾ ਹਰਿਆ, ਕਮਾਈ ਵਾਲੇ ਵੀ ਬਖਸ਼ਿਸ਼ ਕਰ ਸਕਦੇ ਨੇ। ਕਹਦੇ ਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਦਾਂ ਬੇਅੰਤ ਪ੍ਰਮਾਣ ਨੇ ਗੁਰਬਾਣੀ ਦੇ ਵਿੱਚ। ਕਿਤੇ ਦੇ ਕਹਿੰਦੇ ਤਉ ਕਿਰਪਾ ਤੇ ਮਾਰਗ ਪਾਈਐ, ਪ੍ਰਭ ਕਿਰਪਾ ਤੇ ਨਾਮ ਧਿਆਈਐ। ਹਾਂਜੀ, ਪ੍ਰਭ ਕਿਰਪਾ ਤੇ ਬੰਧਨ ਛੁਟੈ, ਤਉ ਕਿਰਪਾ ਤੇ ਹਉਮੈ ਟੁਟੈ। ਬਹੁਤ ਪ੍ਰਮਾਣ ਨੇ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਤੇ ਕਿਰਪਾ ਦੇ ਬਾਰੇ। ਇਹ ਮੇਰੀ ਬੇਨਤੀ ਹੈ, ਕਿਰਪਾ ਦਾ ਮਤਲਬ ਅਸਲੀਅਤ ਦੇ ਵਿੱਚ ਹੁੰਦਾ ਹੈ ਬਖਸ਼ਿਸ਼। ਕਿਰਪਾ ਦਾ ਮਤਲਬ ਹੁੰਦਾ ਹੈ ਉਹਦੀ ਰਹਿਮਤ। ਕਿਰਪਾ ਤੋਂ ਭਾਵ ਹੈ ਮਿਹਰ, ਦਇਆ, ਤਰਸ, ਕਰੁਣਾ। ਕਹਦੇ ਵਾਹਿਗੁਰੂ। ਪਰ ਇਹ ਮਿਹਰ, ਇਹ ਤਰਸ, ਇਹ ਕਰੁਣਾ, ਇਹ ਰਹਿਮਤ ਮਿਲਦੀ ਪਤਾ ਕਿਹਨੂੰ ਹੈ? ਇੱਕ ਬੜਾ ਪਿਆਰਾ ਜ਼ਿਕਰ ਹੈ, ਮੇਰਾ ਚਿੱਤ ਕਰਦਾ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਪਿਤਾ ਗੁਰੂ ਨਾਨਕ ਜੀ, ਭਾਈ ਬਾਲਾ ਜੀ ਮਰਦਾਨਾ ਜੀ ਦੇ ਸਮੇਤ ਦੁਨੀਆ ਨੂੰ ਤਾਰਦੇ ਨਾ ਤੁਰੇ ਜਾ ਰਹੇ, ਤੇ ਸਾਹਮਣਿਓਂ ਇੱਕ ਵਪਾਰੀ ਉਹ ਆਇਆ, ਮੋਢੇ ਦੇ ਉੱਪਰ ਗਠੜੀ ਸੀ ਉਹਦੇ, ਤੇ ਸਾਹਿਬ ਦੇ ਜਦੋਂ ਕੀਤੇ ਦਰਸ਼ਨ ਸਾਹਿਬਾਂ ਦੇ ਕੋਲ ਆ ਗਿਆ, ਸਾਹਿਬ ਦੇ ਚਿਹਰੇ ਨੇ ਖਿੱਚ ਪਾਈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਤੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਕੀਤੀ ਇਹਨੇ ਨਮਸਕਾਰ। ਮਹਾਰਾਜ ਨੇ ਬੜੇ ਪਿਆਰ ਨਾਲ ਇਹਦੇ ਵੱਲ ਤੱਕਿਆ ਤੇ ਮਹਾਰਾਜ ਕਹਿੰਦੇ, ਭਾਈ ਇਹ ਗਠੜੀ ਦੇ ਵਿੱਚ ਕੀ ਹੈ? ਇਹ ਗਠੜੀ ਵਿੱਚ ਕੀ ਹੈ? ਤੇ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਇਹਦੇ ਵਿੱਚ ਲੂਣ ਏ, ਹਲਦੀ ਏ, ਘਿਓ ਏ, ਤੇਲ, ਇਹੋ ਜਿਹੀਆਂ ਚੀਜ਼ਾਂ ਨੇ, ਤੇ ਮੈਂ ਰੋਜੀ ਰੋਟੀ ਵਾਸਤੇ ਨਗਰਾਂ ਦੇ ਵਿੱਚ ਚੱਕਰ ਲਾਉਣਾ, ਇਹ ਚੀਜ਼ਾਂ ਵੇਚਦਾ ਵਾਂ, ਇਹਦੇ ਨਾਲ ਫਿਰ ਮੇਰੇ ਘਰ ਦਾ ਗੁਜ਼ਾਰਾ ਹੁੰਦਾ ਹੈ। ਤੇ ਮੇਰੇ ਗੁਰਦੇਵ ਪਾਤਸ਼ਾਹ ਨਾ ਤਰਸ ਦੇ ਘਰ ਵਿੱਚ ਆ ਗਏ। ਵੇਖੋ ਮਾਲਕ ਦੀ ਮੌਜ ਹੈ ਨਾ, ਕਿੰਨੂੰ ਕਿਵੇਂ ਕਿੱਦਾਂ ਤਾਰਨਾ ਹੈ।
ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵਪਾਰੀ ਨੂੰ ਪਤਾ ਕੀ ਕਹਿੰਦੇ? ਕਹਿੰਦੇ ਇਹ ਗੱਠੜੀ ਸਾਨੂੰ ਖੋਲ ਕੇ ਵਿਖਾ। ਜਦੋਂ ਉਹਨੇ ਮਾਲਕ ਜੀ ਦਾ ਬਚਨ ਮੰਨ ਕੇ ਇੱਕਦਮ ਸ਼ੀਗਰ ਹੀ ਗੱਠੜੀ ਨੂੰ ਖੋਲਿਆ, ਸਾਹਮਣੇ ਰੱਖ ਦਿੱਤੀ, ਤੇ ਉਸ ਗੱਠੜੀ ਦੇ ਵਿੱਚ ਨਾ ਸਮਾਨ ਤੋਲਣ ਵਾਲੇ ਪੱਥਰ ਪਏ ਸੀ, ਵੱਟੇ ਪਏ ਸੀ। ਸੁਣਨ ਵਾਲੀ ਗੱਲ ਜੀ, ਜਦੋਂ ਉਹ ਪੱਥਰ ਦੇ ਵੱਟੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੇ, ਤੇ ਉਹਨਾਂ ਵਿੱਚੋਂ ਸਭ ਤੋਂ ਜਿਹੜਾ ਛੋਟਾ ਵੱਟਾ ਸੀ ਨਾ, ਉਹ ਸਾਹਿਬ ਨੇ ਆਪਣੇ ਹੱਥ ਵਿੱਚ ਰੱਖ ਲਿਆ, ਤੇ ਗੱਠੜੀ ਵਿੱਚ ਪਏ ਬਾਕੀ ਵੱਟਿਆਂ ਵੱਲ ਇਸ਼ਾਰਾ ਕਰਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਸਾਰੇ ਵੱਟਿਆਂ ਦਾ ਸਾਨੂੰ ਨਾਮ ਦੱਸ। ਕਹਿੰਦੇ ਵਾਹਿਗੁਰੂ। ਵੇਖੋ ਬਾਬੇ ਨਾਨਕ ਦਾ ਤਾਰਨ ਦਾ ਢੰਗ ਨਿਰਾਲਾ ਹੈ, ਤਾਰਨ ਦਾ ਢੰਗ। ਆ ਗਏ ਹੁਣ ਮੌਜ ਦੇ ਵਿੱਚ, ਤਰਸ ਆ ਗਿਆ, ਤਰਸ। ਮਹਾਰਾਜ ਨੇ ਵੱਟਿਆਂ ਵੱਲ ਇਸ਼ਾਰਾ ਕਰਕੇ ਗਿਆ, ਬਈ ਸਾਨੂੰ ਇਹਨਾਂ ਵੱਟਿਆਂ ਦਾ ਨਾਮ ਦੱਸ। ਤੇ ਉਹ ਵਪਾਰੀ ਕਹਿੰਦਾ, ਜੀ ਇਹ ਵੱਟਾ ਜਿਹੜਾ ਨਾ 2 ਸੇਰ ਦਾ ਵੱਟਾ ਹੈ, 2 ਸੇਰ ਦਾ। ਦੂਜਾ ਵੱਟਾ ਮਹਾਰਾਜ ਇਹ 1 ਸੇਰ ਦਾ ਹੈ, ਇਹ ਅੱਧੇ ਸੇਰ ਦਾ ਹੈ। ਮਹਾਰਾਜ ਕਹਿੰਦੇ, ਅੱਛਾ ਇਹ 2 ਸੇਰ ਦਾ ਵੱਟਾ? ਸੇਰ ਭਾਵ ਉਹਦੇ ਵਿੱਚੋਂ ਤੇ ਹੰਕਾਰ ਦੀ ਆਵਾਜ਼ ਆ ਰਹੀ, ਮੈਂ ਇੰਨਾ ਵੱਡਾ ਵਾਂ, 2 ਸ਼ੇਰਾਂ ਜਿੰਨੀ ਮੇਰੀ ਤਾਕਤ ਏ, ਮੈਂ ਤੇ ਬੜਾ ਹੀ ਵੱਡਾ। ਅਹੰਕਾਰ ਬੋਲਦਾ ਹੈ। ਸਾਹਿਬ ਕਹਿੰਦੇ ਇਹਦੇ ਚੋਂ ਵੀ ਹੰਕਾਰ ਬੋਲਦਾ ਹੈ। ਜਿਹੜਾ ਕਹਿੰਦਾ ਮੈਂ 1 ਸੇਰ ਦਾ ਵਾਂ, ਜਿਹੜਾ ਅੱਧੇ ਸੇਰ ਦਾ ਨਾ, ਉਹਦੇ 'ਚ ਵੀ ਬੜਾ ਹੰਕਾਰ ਏ। ਇਹ ਮਹਾਰਾਜ ਦਾ ਚੋਜ ਸੀ। ਤੇ ਸਾਹਿਬ ਕਹਿੰਦੇ, ਭਾਈ ਇੱਕ ਗੱਲ ਤੇ ਦੱਸ, ਜਿਹੜਾ ਵੱਟਾ ਅਸੀਂ ਫੜਿਆ ਇਹਦਾ ਨਾਂ ਕੀ ਏ? ਕਹਿੰਦਾ, ਮਹਾਰਾਜ ਇਹ ਤੇ 1 ਪਾ ਦਾ ਵੱਟਾ ਹੈ, ਇਹ ਤੇ ਪਾਈਆ ਦਾ ਵੱਟਾ ਹੈ। ਕਹਦੇ ਵਾਹਿਗੁਰੂ। ਜਦੋਂ ਸਾਹਿਬ ਨੇ ਇਹ ਸੁਣਿਆ ਨਾ, ਇਹ ਪਾਈਏ ਦਾ ਵੱਟਾ ਹੈ, 1 ਪਾ ਦਾ ਵੱਟਾ ਹੈ, ਸਾਹਿਬ ਮੌਜ ਵਿੱਚ ਆ ਗਏ। 1 ਪਾਈਏ ਦਾ ਵੱਟਾ, ਪਾ ਦਾ ਵੱਟਾ, ਇਹਦੇ ਅੰਦਰ ਤੇ ਬੜੀ ਨਿਮਰਤਾ ਹੈ। ਜਿਹੜਾ ਹਰ ਵੇਲੇ ਪਿਆ ਹੀ ਰਹਿੰਦਾ ਹੈ, ਢਿਆ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਇਹਦੇ ਅੰਦਰ ਬੜੀ ਨਿਮਰਤਾ ਹੈ। ਇਹ ਸੁਣ ਕੇ ਹਜੂਰ ਮੇਰ ਦੇ ਘਰ ਵਿੱਚ ਆਏ ਤੇ ਬਚਨ ਕੀਤੇ। ਕਹਿੰਦੇ, ਸੁਨ ਗੁਰ ਕਹੈ ਧਨ ਇਹ ਪਾਉ। ਕਹਿੰਦੇ ਧਨ ਇਹ ਪਾਈਏ ਦਾ ਵੱਟਾ, ਸੁਨ ਗੁਰ ਕਹੈ ਧਨ ਇਹ ਪਾਉ, ਜਿਨ ਆਪਣੋ ਲਗ ਨਾਮ ਧਰਾਉ। ਮਹਾਰਾਜ ਕਹਿੰਦੇ ਇਹਨੇ ਆਪਣਾ ਨਾਮ ਬੜਾ ਹੀ ਛੋਟਾ ਜਿਹਾ ਰੱਖਿਆ, ਪਾ। ਬੜਾ ਛੋਟਾ ਜਿਹਾ, ਬੜਾ ਨਿਵਾਣਾਪਨ ਦਾ ਨਾਮ ਹੈ ਇਹਦਾ। ਬਾਕੀ ਤੇ ਕੋਈ 2 ਸੇਰ ਦਾ, ਕੋਈ 1 ਸੇਰ ਦਾ, ਕੋਈ ਅੱਧੇ ਸੇਰ ਦਾ, ਇਹਦਾ ਤੇ ਨਾਮ ਹੀ ਬੜਾ ਗਰੀਬੜਾ ਜਿਹਾ। ਇਹ ਪਾ, ਇਹ ਪਾਈਏ ਦਾ ਵੱਟਾ ਹੈ। ਤੇ ਮਹਾਰਾਜ ਨੇ ਨਾ ਇੰਨੇ ਬਚਨ ਕੀਤੇ, ਤੇ ਬਚਨ ਕਰਦਿਆਂ ਕਰਦਿਆਂ ਨਾ ਵਪਾਰੀ ਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਕਹਦੇ ਵਾਹਿਗੁਰੂ। ਮਹਾਰਾਜ ਕਹਿੰਦੇ ਇਹਦੇ 'ਚ ਬੜੀ ਨਿਮਰਤਾ ਹੈ, ਬੜਾ ਛੋਟਾ ਜਿਹਾ ਨਾਮ ਹੈ ਇਹਦਾ, ਬੜੇ ਨਿਮਾਣੇਪਨ ਵਾਲਾ ਨਾਮ ਹੈ ਇਹਦਾ। ਮਹਾਰਾਜ ਨੇ ਇਸ ਵਪਾਰੀ ਦੇ ਸਿਰ ਦੇ ਉੱਤੇ ਹੱਥ ਰੱਖਿਆ। ਇਹ ਵਪਾਰੀ ਨਾ ਸਾਹਿਬ ਦੇ ਚਰਨਾਂ ਤੇ ਢਹਿ ਪਿਆ। ਮਹਾਰਾਜ ਨੇ ਕਿਰਪਾ ਕੀਤੀ, ਇਹਦੇ ਸਿਰ ਤੇ ਰੱਖਿਆ ਹੱਥ, ਤੇ ਕਿੰਨਾ ਚਿਰ ਹੀ ਇਹਨੇ ਆਪਣਾ ਸਿਰ ਪਿਤਾ ਜੀ ਦੇ ਚਰਨਾਂ ਤੋਂ ਚੁੱਕਿਆ ਨਹੀਂ। ਕਹਦੇ ਵਾਹਿਗੁਰੂ। ਕਿੰਨਾ ਚਿਰ ਇਹਨੇ ਆਪਣਾ ਜਿਹੜਾ ਸਿਰ ਸੀ ਨਾ ਮਾਲਕ ਬਾਪੂ ਜੀ ਦੇ ਚਰਨਾਂ ਚੋਂ ਚੁੱਕਿਆ ਨਹੀਂ। ਤੇ ਮਹਾਰਾਜ ਨੇ ਕਿਰਪਾ ਦਾ ਛਿੱਟਾ ਦਿੱਤਾ, ਮਿਹਰ ਕੀਤੀ, ਇਹਦੇ ਅੰਦਰ ਅਚਰਜ ਜਿਹਾ ਆਨੰਦ ਬਣਾ ਦਿੱਤਾ। ਤਿੰਨੇ ਲੋਕਾਂ ਦੀ ਅੰਤਰਯਾਮਤਾ ਇਹਦੇ ਅੰਦਰ ਹੋ ਗਈ। ਇਹੋ ਜੀ ਕਿਰਪਾ ਵਰਤੀ ਇਹਦੇ ਅੰਦਰ। ਇਹਦੇ ਰੋਮ ਰੋਮ ਦੇ ਵਿੱਚ ਮਹਾਰਾਜ ਜੀਆਂ ਨੇ ਨਾਮ ਚਲਾ ਦਿੱਤਾ। ਕਹਦੇ ਵਾਹਿਗੁਰੂ। ਅੰਦਰ ਹੁਣ ਹਰ ਵੇਲੇ ਇਹਦੇ ਸਿਮਰਨ ਚੱਲਣਾ ਸ਼ੁਰੂ ਹੋ ਗਿਆ। ਤਤ ਛਿਨ ਮਹਾਰਾਜ ਨੇ ਇਹਨੂੰ ਕਿਰਪਾ ਬਖਸ਼ਿਸ਼ ਵਾਲਿਆਂ ਦੀ ਲਾਈਨ ਵਿੱਚ ਲੈ ਆਂਦਾ ਹੈ ਜੀ। ਤੈ ਛਿਨ ਖੁੱਲੇਗੇ ਬਿਕਟ ਕਪਾਟਾ, ਅਦਭੂਤ ਭਇਓ ਅਪਰਖੀ ਥਾਟਾ।
जग्यो ज्ञान दुबदा सब खोई, तीन लोक की सुध उर होई। उसे छिन बजर कपाट खुल गए, सिमरन दी रौ चल पई। कहदे वाहिगुरू ਵਾਹਿਗੁਰੂ उसे वेले सिमरन दी रौ चल पई, बजर कपाट खुल गए, अंदर तिन्ना लोकां दी सोझी आ गई। सोझी ਇਹ ਮਹਾਰਾਜ ਨੇ ਇਸ ਵਪਾਰੀ ਦੇ ਉੱਤੇ ਕਿਰਪਾ ਕੀਤੀ ਕਿਹਦਾ ਸਦਕਾ? ਕਹਿੰਦੇ ਇਹ ਵੱਟਾ ਜਰੀਆ ਵੱਟੇ ਨੂੰ ਬਣਾਇਆ, ਕਿਰਪਾ ਇਹਦੇ ਤੇ ਕਰਤੀ। ਕਹਿੰਦੇ ਬੜਾ ਨਿਮਾਣਾ ਨਾਮ ਹੈ ਇਹ, ਤੇ ਪਾਈਏ ਦਾ ਵੱਟਾ ਹੈ। ਕਹਦੇ ਵਾਹਿਗੁਰੂ ਵਾਹਿਗੁਰੂ ਤੇ ਇਹ ਵੇਖ ਕੇ ਨਾ ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਹਜੂਰ ਇਨ ਵਪਾਰੀ ਤਤ ਛਿਨ ਪਾਈ, ਕਛ ਚਿਰ ਘਾਲ ਨਾ ਸੇਵ ਕਮਾਈ। ਇਹ ਵਪਾਰੀ ਦੇ ਉੱਤੇ ਤੁਸੀਂ ਇਦਾਂ ਹੀ ਕਿਰਪਾ ਕਰ ਛੱਡੀ, ਨਾ ਇਹਨੇ ਕੋਈ ਸੇਵਾ ਨਾ ਕੋਈ ਇਹਦੀ ਘਾਲਣਾ। ਤੇ ਉਸ ਵੇਲੇ ਮੇਰੇ ਪਿਤਾ ਜੀ ਨੇ ਬਚਨ ਕੀਤਾ, ਕਹਿੰਦੇ ਬਾਲਾ ਜੀ ਇਹਦੀ ਪੂਰਬਲੇ ਜਨਮ ਦੀ ਕਮਾਈ ਸੀ, ਜਿਹਦੇ ਕਰਕੇ ਸਾਡਾ ਮਿਲਾਪ ਇਹਨੂੰ ਹੋਇਆ। ਹੁਣ ਇਹਦੇ ਤੇ ਕਿਰਪਾ ਹੋ ਗਈ ਏ, ਗਿਆਨ ਦਾ ਪ੍ਰਕਾਸ਼ ਹੋ ਗਿਆ, ਸਵਾਸ ਸਵਾਸ ਸਿਮਰਨ ਚੱਲ ਪਿਆ ਇਹਦੇ ਅੰਦਰ। ਦੀਵਾ ਵੀ ਤਿਆਰ ਸੀ, ਤੇਲ ਵੀ ਪਿਆ ਸੀ, ਵੱਟੀ ਵੀ ਪਈ ਹੋਈ ਸੀ। ਅਸੀਂ ਤੇ ਸਿਰਫ ਗਿਆਨ ਦੀ ਰੋਸ਼ਨੀ ਦੀ ਤੀਲੀ ਹੀ ਲਾਈ ਏ। ਕਹਿ ਦਿਓ ਵਾਹਿਗੁਰੂ। ਜਿਵੇਂ ਦੀਵਾ ਤਿਆਰ ਹੋਵੇ ਨਾ, ਦੀਵੇ 'ਚ ਤੇਲ ਵੀ ਮੌਜੂਦ ਏ, ਦੀਵਾ ਵੀ ਤਿਆਰ ਬਰ ਤਿਆਰ, ਵੱਟੀ ਵੀ ਪਈ ਏ। ਬਸ ਕੋਈ ਜਰਾ ਜਿੰਨੀ ਮਾਚਿਸ ਦੀ ਤੀਲੀ ਲਾ ਦੇਵੇ ਤੇ ਉਸ ਤੀਲੀ ਦੇ ਨਾਲ ਲਾਈਟ ਜਗਣੀ ਸ਼ੁਰੂ ਹੋ ਜਾਂਦੀ, ਅੱਗ ਜਗਣੀ ਸ਼ੁਰੂ ਹੋ ਜਾਂਦੀ, ਤੇ ਉਹਦੇ ਸਦਕਾ ਸਭ ਪਾਸੇ ਚਾਨਣਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਹੀ ਇਹਦੇ ਤੇ ਕਿਰਪਾ ਵਰਤੀ ਏ। ਕਹਦੇ ਵਾਹਿਗੁਰੂ। ਦੀਪਕ ਬਾਤੀ ਤੇਲ ਯੁਤ ਪਾਵਕ ਲਾਵਨ ਦੇ, ਹੋਏ ਰੌਸ਼ਨੀ ਤੁਰਤ ਮਿਲ, ਤਯੋ ਇਸ ਕੋ ਤੂੰ ਹੀਰ। ਮਹਾਰਾਜ ਕਹਿੰਦੇ ਜਿਵੇਂ ਦੀਵਾ ਤਿਆਰ ਹੋਵੇ, ਦੀਵੇ ਦੇ ਵਿੱਚ ਤੇਲ ਵੀ ਪਿਆ, ਵੱਟੀ ਵੀ ਪਈ, ਬਸ ਉਹਨੂੰ ਮਾੜੀ ਜਿੰਨੀ ਅੱਗ ਦਿਖਾਉਣ ਦੀ ਲੋੜ ਹੁੰਦੀ। ਇਸੇ ਤਰ੍ਹਾਂ ਇਹਦੀ ਪਿਛਲੀ ਕਮਾਈ ਬੜੀ ਸੀ। ਤੁਸੀਂ ਕਹਿੰਦੇ ਕਿ ਤਤ ਛਿਨ ਇਹਦੇ ਤੇ ਕਿਰਪਾ ਹੋ ਗਈ, ਨਾ ਘਾਲਣਾ ਘਾਲੀ ਨਾ ਸੇਵਾ। ਇਹਦੀ ਪਿਛਲੀ ਕਮਾਈ ਬੜੀ ਸੀ, ਤੇ ਪਿਛਲੀ ਕਮਾਈ ਦੇ ਕਰਕੇ ਸਾਡੇ ਨਾਲ ਮਿਲਾਪ ਹੋਇਆ, ਤੇ ਸਭ ਤਿਆਰੀ ਸੀ ਇਹਦੇ ਅੰਦਰ। ਬਸ ਉਸ ਤਿਆਰੀ ਦੇ ਕਰਕੇ ਅਸੀਂ ਤੇ ਨਿੱਕੀ ਜੀ ਚੰਗਿਆਰੀ ਦਿੱਤੀ ਇਹਨੂੰ। ਕਹਿ ਦਿਓ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ। ਇਹ ਮੇਰੀ ਬੇਨਤੀ ਜੇ, ਉਹ ਪਾਈਏ ਦੇ ਵੱਟੇ ਵੱਲ ਵੇਖ ਕੇ ਦਾਤੇ ਨੇ ਕਿਰਪਾ ਕਰਤੀ। ਉਹ ਸਿਖਾ ਤੂੰ ਵੀ ਪਾਈਆ ਹੀ ਬਣ ਜਾ, ਹਰ ਵੇਲੇ ਆਪਣੇ ਮਾਲਕ ਦੇ ਚਰਨਾਂ ਵਿੱਚ ਪਿਆ ਰਹਿ, ਹਰ ਵੇਲੇ ਨਿਮਾਣਾਪਨ, ਹਰ ਵੇਲੇ ਨਿਮਰਤਾ ਧਾਰਨ ਕਰਕੇ ਮਾਲਕ ਦੇ ਬੂਹੇ ਤੇ ਪਿਆ ਰਹਿ। ਜਿਹੜੇ ਨਿਮਾਣੇ ਬਣ ਗਏ, ਜਿਹੜੇ ਪਾਈਏ ਬਣ ਗਏ, ਦਾਤਾ ਫਿਰ ਉਹਨਾਂ ਦੇ ਉੱਤੇ ਆਪਣੀ ਬਖਸ਼ੀਸ਼ ਦਾ ਖਾਤਾ ਖੋਲ ਦਿੰਦਾ ਹੈ, ਰਹਿਮਤ ਦਾ ਖਾਤਾ ਖੋਲ ਦਿੰਦਾ ਹੈ। ਇਹ ਜਿੰਨੇ ਪ੍ਰੇਮੀ ਪਿਆਰਿਓ ਤੁਸੀਂ ਬਹਿ ਕੇ ਸਰਵਣ ਕਰਦੇ ਹੋ ਨਾ, ਅੰਦਰਲੀ ਗਰੀਬੀ ਰੱਖੀਏ, ਅੰਦਰਲੀ ਗਰੀਬੀ। ਮੇਰੇ ਮਨ ਕਦੀ ਮਾਣ ਨਾ ਕਰੀ, ਨੀਵਿਆਂ ਨੂੰ ਫਲ ਲੱਗਦੇ। ਕਿਸੇ ਗੱਲ ਦਾ ਹੰਕਾਰ ਨਾ ਕਰੀਏ, ਅੰਦਰਲੀ ਗਰੀਬੀ ਰੱਖੀਏ। ਗਰੀਬੀ ਜਿਸ ਬੰਦੇ ਕੋਲ ਅੰਦਰਲੀ ਗਰੀਬੀ ਹੈ ਨਾ, ਜਿਹਦੇ ਕੋਲ ਨਿਮਾਣਾਪਨ ਹੈ, ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਉਹਦੇ ਕੋਲ ਗੁਰੂ ਨਾਨਕ ਦੀ ਮਿਹਰ ਆਪੇ ਚੱਲ ਕੇ ਆ ਜਾਂਦੀ ਹੈ, ਉਹਦੇ ਕੋਲ ਗੁਰੂ ਨਾਨਕ ਦੀ ਨਜ਼ਰ ਆਪੇ ਚੱਲ ਕੇ ਆ ਜਾਂਦੀ ਹੈ। ਉਹ ਸਿਖਾ ਤੂੰ ਪਾਈਆ ਬਣ ਜਾ, ਨਿਮਾਣਾ ਬਣ ਜਾ, ਸਾਰੇ ਆਸਰੇ ਛੱਡ ਦੇ, ਸਾਰੇ ਆਸਰੇ ਨਿਮਾਣਾ ਬਣ ਕੇ ਢਹਿ ਪਾਓ, ਢਹਿ ਪਾਓ, ਢਹਿ ਪਾਓ। ਜਿਹੜੇ ਢਹਿ ਪੈਂਦੇ ਨੇ ਉਹਨਾਂ ਦੇ ਉੱਤੇ ਉਹ ਕਿਰਪਾ ਕਰ ਦਿੰਦਾ। ਆਓ ਪੜੋ ਪੰਕਤੀਆਂ ਕੀਰਤਨ ਦੀ ਸਮਾਪਤੀ। ਕੋਈ ਰਸਨਾ ਵਾਂਝੀ ਨਾ ਰਹੇ, ਬੜੇ ਪਿਆਰ ਦੇ ਵਿੱਚ ਸਾਰੇ ਹਾਜ਼ਰੀਆਂ ਲਾਇਓ। ਦਾਤਾ ਜੀ ਸਾਡੇ ਗਰੀਬਾਂ ਤੇ ਕਿਰਪਾ ਕਰੋ। ਬਨਵਾਰੀਆਂ ਕਿਰਪਾ ਕਰ, ਬਨਵਾਰੀਆਂ, ਬਨਵਾਰੀਆਂ, ਬਨਵਾਰੀਆਂ
तुद बाज समरथ कोए नाही, तुद बाज समरथ कोए नाही, कृपा कर बनवारिया बनवारिया, कृपा कर बनवारिया, बनवारिया बनवारिया, कृपा कर 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 बनवारिया। वाहिगुरु 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 ਧੰਨ ਗੁਰੂ ਰਾਮਦਾਸ ਜੀ। ਧੰਨ ਖੰਡੇ ਵਾਲਿਆ। ਸਭ ਜੁੜ ਜਾਓ। ਕਿਰਪਾ ਕਰ ਬਨਵਾਰੀਆ, ਕਿਰਪਾ ਕਰ ਬਨਵਾਰੀਆ, ਕਿਰਪਾ ਕਰ ਬਣਵਾਰੀਆ, ਕਿਰਪਾ ਕਰ ਬਨਵਾਰੀਆ ਬਨਵਾਰੀਆ, ਕਿਰਪਾ ਕਰ ਬਣਵਾਰੀਆ, ਬਨਵਾਰੀਆ ਬਨਵਾਰੀਆ, ਕਿਰਪਾ ਕਰ ਬਣਵਾਰੀਆ, ਓ ਕਿਰਪਾ ਕਰ ਬਣਵਾਰੀਆ, ਕਿਰਪਾ ਕਰ ਬਣਵਾਰੀਆ, ਜੀ ਕਿਰਪਾ ਕਰ ਬਨਵਾਰੀਆ। ਸਤਿਗੁਰੂ ਕਿਰਪਾ ਕਰਨ, ਇਤਨੀ ਕੁ ਸੇਵਾ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਕੱਲ ਇਸੇ ਸਮੇਂ ਫਿਰ ਪਿਤਾ ਜੀ ਤੁਹਾਡੇ ਦੀਦਾਰ ਕਰਾਉਣ। ਅੱਜ ਦੇ ਸਮਾਗਮ ਦੀ ਸੇਵਾ ਜਿਸ ਪਰਿਵਾਰ ਵੱਲੋਂ ਹੋਈ, ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ, ਕਿਰਪਾ ਕਰਨ, ਬਰਕਤ ਪਾਉਣ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਰਾਮ ਤੀਰਥ ਰੋਡ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਚੱਲ ਰਹੇ ਕਾਰਜ ਵਿੱਚ ਆਪਣਾ ਯੋਗਦਾਨ ਅਤੇ ਸਹਿਯੋਗ ਪਾਉਣ ਲਈ ਆਪ ਸੰਪਰਕ ਕਰ ਸਕਦੇ ਹੋ 9815089513
ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਰਾਮ ਤੀਰਥ ਰੋਡ, ਅੰਮ੍ਰਿਤਸਰ।